ਹੈਲੋ एवरीवन ਵੈਲਕਮ ਬੈਕ ਟੂ ਦ ਨਰਸਿੰਗ ਸੀਰੀਜ਼ ਪ੍ਰੀਵੀਅਸ ਵੀਡੀਓਜ਼ ਵਿੱਚ ਅਸੀਂ ਡਿਸਕਸ ਕਰ ਰਹੇ ਸੀਗੇ ਸਟਾਫ ਨਰਸ ਐਗਜ਼ਾਮ ਲਈ ਕੁਝ ਇੰਪੋਰਟੈਂਟ ਕੁਐਸਚਨਸ ਫਰਮ ਪ੍ਰੀਵੀਅਸ ਈਅਰ ਪੇਪਰਸ ਐਂਡ ਇਸ ਵੀਡੀਓ ਵਿੱਚ ਵੀ ਅਸੀਂ ਉਹੀ ਕੰਟੀਨਿਊ ਕਰਾਂਗੇ ਸੋ ਵੀਡੀਓ ਐਂਡ ਤੱਕ ਜ਼ਰੂਰ ਦੇਖਣਾ ਸੋ ਫਰਸਟ ਕੁਐਸਚਨ ਆਪਣੇ ਕੋਲ ਹੈਗਾ ਹੈ ਜੀ hospitalized patient is disoriented and actively psychotic which of the following will be the plan for nursing intervention ਸੋ ਹੁਣ ਕੁਐਸਚਨ 'ਚ ਸਾਡੇ ਕੋਲ ਮੈਂਸ਼ਨ ਹੈਗਾ ਆ disoriented and actively psychotic ਸਾਈਕੋਸਿਸ ਇੱਕ ਮੈਂਟਲ ਕੰਡੀਸ਼ਨ ਹੈ ਜਿੱਥੇ ਪਰਸਨ ਆਪਣੀ ਰਿਐਲਿਟੀ ਤੋਂ ਕੱਟ ਆਫ ਹੋ ਜਾਂਦਾ ਆ ਸਾਈਕੋਟਿਕ ਪਰਸਨ ਨੂੰ ਹੈਲੂਸੀਨੇਸ਼ਨਸ ਹੁੰਦੀਆਂ ਹੈ ਡਿਲੂਸ਼ਨਸ ਹੁੰਦੀਆਂ ਹੈ ਐਂਡ ਨਾਲ ਦੇ ਨਾਲ ਉਹਦੀ ਥਿੰਕਿੰਗ ਜਿਹੜੀ ਹੈ ਡਿਸਆਰਗੇਨਾਈਜ਼ਡ ਹੋ ਜਾਂਦੀ ਆ ਓਰੀਐਂਟੇਸ਼ਨ ਖਤਮ ਹੋ ਜਾਂਦੀ ਆ ਮੀਨਸ ਉਹਨੂੰ ਟਾਈਮ ਪਲੇਸ ਪਰਸਨ ਨੂੰ ਉਹ ਸਹੀ ਤਰ੍ਹਾਂ ਉਹਨੂੰ ਸਮਝ ਨਹੀਂ ਰਹਿੰਦੀ ਇਸ ਚੀਜ਼ਾਂ ਦੀ ਸੋ ਡਿਸਓਰੀਐਂਟਡ ਆ ਪਲੱਸ ਸਾਈਕੋਟਿਕ ਪੇਸ਼ੈਂਟ ਆ ਹੁਣ ਇੱਥੇ ਸਾਡੀ ਪ੍ਰਾਇੋਰਿਟੀ ਪੇਸ਼ੈਂਟ ਦੀ ਸੇਫਟੀ ਵੀ ਹੈਗੀ ਆ ਐਂਡ ਉਹਨੂੰ ਕਾਮ ਐਨਵਾਇਰਨਮੈਂਟ ਪ੍ਰੋਵਾਈਡ ਕਰਨਾ ਐਂਡ ਜੈਂਟਲੀ ਉਹਨੂੰ ਰੀਓਰੀਐਂਟ ਕਰਨਾ ਜੋ ਕਿ ਸਭ ਤੋਂ ਜ਼ਿਆਦਾ ਜ਼ਰੂਰੀ ਹੈਗਾ ਬਿਕੋਜ਼ ਉਹ ਡਿਸਓਰੀਐਂਟਡ ਹੈਗਾ ਆ ਸੋ ਲੈਟਸ ਸੀ ਆਰ ਆਪਸ਼ਨਸ ਕੁਐਸਚਨ 'ਚ ਪੁੱਛਿਆ ਗਿਆ ਵਿਚ ਆਫ ਦ ਫੋਲੋਇੰਗ ਵਿਲ ਬੀ ਦ ਪਲਾਨ ਫॉर ਨਰਸਿੰਗ ਇੰਟਰਵੈਂਸ਼ਨ ਸੋ ਆਪਣੀ ਆਪਸ਼ਨਸ ਦੇਖਦੇ ਹਾਂ ਫਸਟ ਇਜ਼ ਰਿਕੁਐਸਟ ਦੈਟ ਦ ਪੇਸ਼ੈਂਟ ਇੰਟਰੈਕਟ ਵਿਦ ਪੇਅਰਸ ਹੁਣ ਇਹ ਬਿਲਕੁਲ ਰੋਂਗ ਆਪਸ਼ਨ ਇੱਥੇ ਹੈਗੀ ਆ ਜਦੋਂ ਪੇਸ਼ੈਂਟ ਡਿਸਓਰੀਐਂਟਡ ਤੇ ਐਕਟਿਵਲੀ ਸਾਈਕੋਟਿਕ ਹੋਵੇ ਪੇਅਰ ਇੰਟਰੈਕਸ਼ਨ ਸੇਫ ਆਪਸ਼ਨ ਨਹੀਂ ਹੁੰਦੀ ਕਿਉਂਕਿ ਪੇਸ਼ੈਂਟ ਕਨਫਿਊਜ਼ ਹੋ ਕੇ ਜਾਂ ਐਗਰੈਸਿਵ ਹੋ ਕੇ ਆਪਣੇ ਆਪ ਨੂੰ ਜਾਂ ਫਿਰ ਜਿਹੜੇ ਦੂਸਰੇ ਮੈਂਬਰਸ ਹੋਣਗੇ ਉਹਨਾਂ ਨੂੰ ਨੁਕਸਾਨ ਪਹੁੰਚਾ ਸਕਦਾ ਆ ਸੋ ਰਿਮੈਂਬਰ ਸੇਫਟੀ ਫਸਟ ਓਵਰ ਸਟੀਮੂਲੇਸ਼ਨ ਨੂੰ ਅਵੋਇਡ ਕਰਨਾ ਆ ਐਂਡ ਪੇਸ਼ੈਂਟ ਨੂੰ ਸੋਸ਼ਲਾਈਜ਼ਿੰਗ ਲਈ ਆਪਾਂ ਫੋਰਸ ਨਹੀਂ ਕਰਨਾ ਹੈਗਾ ਆਪਸ਼ਨ 2 encouraging the patient to participate in unit programs means like group therapies ਹੋ ਗਈ recreational activities and ਇਹ ਚੀਜ਼ਾਂ stable patients ਲਈ helpful ਹੁੰਦੀਆਂ ਨੇ ਜਿਹੜੇ actively psychotic ਆ ਜਾਂ disoriented ਹੈਗਾ ਆ ਉਹਦੇ ਵਿੱਚ ਇਹਨਾਂ ਚੀਜ਼ਾਂ ਨਾਲ ਐਜੀਟੇਸ਼ਨ ਹੋਰ ਵੱਧ ਸਕਦੀ ਆ ਸੋ ਇਸ ਟਾਈਮ ਤੇ ਐਕਟਿਵਲੀ ਸਾਈਕੋਟਿਕ ਜਦੋਂ ਲਿਖਿਆ ਹੋਇਆ ਇਸ ਟਾਈਮ ਤੇ ਇਹ ਐਪਰੋਪਰੀਏਟ ਆਨਸਰ ਆਪਣੇ ਕੋਲ ਨਹੀਂ ਹੈਗਾ ਲੇਟਰ ਸਟੇਜ ਦੇ ਵਿੱਚ ਜਦੋਂ ਪੇਸ਼ੈਂਟ ਸਟੇਬਲ ਹੋਵੇ ਓਰੀਐਂਟਡ ਹੋਵੇ ਫਿਰ ਉਹਨੂੰ ਗ੍ਰੈਜੂਅਲੀ ਆਪਾਂ ਐਕਟੀਵਿਟੀਜ਼ ਵਿੱਚ ਇਨਵੋਲਵ ਕਰਵਾ ਸਕਦੇ ਹਾਂ ਆਪਸ਼ਨ ਸੀ ਰਿਐਲਿਟੀ ਓਰੀਐਂਟੇਸ਼ਨ ਮਤਲਬ ਕਾਮਲੀ ਜੈਂਟਲ ਰਿਮਾਈਂਡਰਸ ਦੇਣੇ ਪੇਸ਼ੈਂਟ ਨੂੰ ਅਬਾਊਟ ਟਾਈਮ ਪਲੇਸ ਪਰਸਨ ਕਿਉਂਕਿ ਇੱਥੇ ਪੇਸ਼ੈਂਟ ਡਿਸਓਰੀਐਂਟਡ ਹੈਗਾ ਆ ਸੋ ਬਿਲਕੁਲ ਆਪਾਂ ਰਿਐਲਿਟੀ ਓਰੀਐਂਟੇਸ਼ਨ ਕਰਨੀ ਆ ਅਗਰ ਸਾਈਕੋਸਿਸ ਬਹੁਤ ਜ਼ਿਆਦਾ ਆ ਡਿਲੂਸ਼ਨਸ ਜਾਂ ਹੈਲੂਸੀਨੇਸ਼ਨਸ ਆਉਂਦੇ ਆ ਤਾਂ ਉੱਥੇ ਪਹਿਲਾਂ ਆਪਾਂ ਸੇਫਟੀ ਇਨਸ਼ੋਰ ਕਰਨੀ ਆ ਮੈਡੀਕੇਸ਼ਨ ਇੰਪੋਰਟੈਂਟ ਹੁੰਦੀ ਆ ਬਟ ਸਾਡੇ ਕੋਲ ਆਪਸ਼ਨ 'ਚ ਉਹ ਚੀਜ਼ਾਂ ਨਹੀਂ ਦਿੱਤੀਆਂ ਹੋਈਆਂ ਸੋ ਆਪਣੇ ਕੋਲ ਬੈਸਟ ਆਪਸ਼ਨ ਹੈਗੀ ਆ ਰਿਐਲਿਟੀ ਓਰੀਐਂਟੇਸ਼ਨ ਆਪਸ਼ਨ ਡੀ ਇਨਵੋਲਵਮੈਂਟ ਇਨ ਦ ਮਿਲਿਓ ਥੈਰੇਪੀ ਹੁੰਦੀ ਹੈ ਕਿ ਥੈਰਾਪਿਊਟਿਕ ਐਨਵਾਇਰਨਮੈਂਟ ਪ੍ਰੋਵਾਈਡ ਕਰਨਾ ਪੇਸ਼ੈਂਟ ਨੂੰ ਜਿੱਥੇ ਪੇਸ਼ੈਂਟ ਆਪਣੀ ਕਮਿਊਨਿਟੀ ਐਨਵਾਇਰਨਮੈਂਟ ਵਿੱਚ ਰਹਿ ਕੇ ਹੀਲ ਕਰ ਸਕਦਾ ਹੈ ਸੋ ਇਹ ਸਟੇਬਲ ਸਾਈਕੈਟ੍ਰਿਕ ਪੇਸ਼ੈਂਟਸ ਲਈ ਇਫੈਕਟਿਵ ਹੁੰਦਾ ਆ ਐਕਿਊਟ ਡਿਸਓਰੀਐਂਟੇਸ਼ਨ ਜਾਂ ਸਾਈਕੋਸਿਸ ਵਿੱਚ ਮਿਲਿਓ ਐਨਵਾਇਰਨਮੈਂਟ ਪੇਸ਼ੈਂਟ ਨੂੰ ਓਵਰ ਸਟੀਮੂਲੇਟ ਕਰਦਾ ਆ ਸਟ੍ਰੈਸ ਐਗਰੈਸ਼ਨ ਵੱਧਦਾ ਆ ਸੋ ਦਿਸ ਇਜ਼ ਰੋਂਗ Next question. A patient has been prescribed digoxin 125 microgram by mouth every morning diagnosed with heart failure. Pharmacy dispenses tablets that contain 0.25 mg each. Being a nurse, how many tablets need to be administered in each dose? So ਇੱਥੇ ਸਾਡੇ ਕੋਲ ਕੁਐਸਚਨ ਦੇ ਵਿੱਚ prescribed dose ਲਿਖੀ ਹੋਈ ਆ 125 mg and ਸਾਡੇ ਕੋਲ ਕਿੰਨੀ ਡੋਜ਼ ਜਿਹੜੀ ਆ ਟੈਬਲੇਟਸ ਦੀ ਅਵੇਲੇਬਲ ਆ ਜੋ ਸਾਡੇ ਕੋਲ ਫਾਰਮੇਸੀ ਕੋਲ ਤੋਂ ਮਿਲ ਰਹੀ ਆ ਦੈਟ ਇਜ਼ 0.25 mg ਇੱਕ ਟੈਬਲੇਟ ਦੇ ਵਿੱਚ ਸੋ ਆਪਾਂ ਕਿੰਨੀਆਂ ਟੈਬਲੇਟਸ ਜਿਹੜੀਆਂ ਵਾ ਪੇਸ਼ੈਂਟ ਨੂੰ ਐਡਮਿਨਿਸਟਰ ਕਰਾਂਗੇ ਸੋ ਲੈਟਸ ਸੀ ਫਰਸਟ ਆਪਣੇ ਕੋਲ ਡਿਜ਼ਾਇਰ ਡੋਜ਼ ਦਿੱਤੀ ਹੋਈ ਹੈ ਜੀ 125 mg ਐਂਡ ਅਵੇਲੇਬਲ ਡੋਜ਼ ਆਪਣੇ ਕੋਲ ਹੈਗੀ ਆ 0.25 mg ਈਚ ਸੋ ਹੁਣ ਨੰਬਰ ਆਫ ਟੈਬਲੇਟਸ ਆਪਾਂ ਕੈਲਕੂਲੇਟ ਕਰਨੀ ਆ ਸੋ ਫਸਟ ਆਫ ਆਲ ਆਪਾਂ ਕੀ ਕਰਾਂਗੇ ਸਾਡੇ ਕੋਲ ਡਿਜ਼ਾਇਰ ਡੋਜ਼ ਅਲੱਗ ਯੂਨਿਟਸ 'ਚ ਅਵੇਲੇਬਲ ਡੋਜ਼ ਅਲੱਗ ਯੂਨਿਟਸ 'ਚ ਫਸਟ ਸਟੈਪ ਆਪਣਾ ਹੁੰਦਾ ਹੈ ਕਿ ਯੂਨਿਟਸ ਨੂੰ ਸੇਮ ਕਰਨਾ ਸੋ ਆਪਾਂ ਜਿਹੜਾ ਆਪਣੇ ਕੋਲ ਹੈਗੀ ਆ ਡਿਜ਼ਾਇਰਡ ਅਵੇਲੇਬਲ ਡੋਜ਼ ਹੈਗੀ ਆ ਉਹਨੂੰ ਆਪਾਂ ਮਾਈਕਰੋਗ੍ਰਾਮ ਦੇ ਵਿੱਚ ਕਨਵਰਟ ਕਰ ਲਾਂਗੇ ਸੇਮ ਐਸ ਡਿਜ਼ਾਇਰਡ ਡੋਜ਼ ਸੋ 1 mg ਦੇ ਵਿੱਚ 1000 ਮਾਈਕਰੋਗ੍ਰਾਮਸ ਹੁੰਦੇ ਆ ਮੀਨਸ 0.25 mg ਨੂੰ ਆਪਾਂ ਜਦੋਂ ਮਾਈਕਰੋਗ੍ਰਾਮ 'ਚ ਕਨਵਰਟ ਕਰਾਂਗੇ ਤਾਂ ਇਟ ਵਿਲ ਬੀ 250 ਮਾਈਕਰੋਗ੍ਰਾਮ ਸੋ ਹੁਣ ਇਹਨੂੰ ਕੈਲਕੂਲੇਟ ਕਰਨ ਲਈ ਸਾਡੇ ਕੋਲ ਫਾਰਮੂਲਾ ਹੁੰਦਾ ਹੈ ਡਿਜ਼ਾਇਰ ਡੋਜ਼ ਡਿਵਾਈਡਡ ਬਾਈ ਅਵੇਲੇਬਲ ਡੋਜ਼ ਡਿਜ਼ਾਇਰ ਡੋਜ਼ ਆਪਣੇ ਕੋਲ ਸੀਗੀ 125 ਮਾਈਕਰੋਗ੍ਰਾਮ ਐਂਡ ਅਵੇਲੇਬਲ ਆ ਗਈ 250 ਮਾਈਕਰੋਗ੍ਰਾਮ ਸੋ ਡਿਵਾਈਡ ਕਰਕੇ ਆਪਣੇ ਕੋਲ ਆਨਸਰ ਆਇਆ ਜੀ ਇਹਦਾ 0.5 ਮੀਨਸ ਹਾਫ ਟੈਬਲੇਟ ਸੋ ਲੈਟਸ ਸੀ ਆਰ ਆਪਸ਼ਨਸ ਸੋ ਆਪਸ਼ਨ ਏ ਆਪਣੇ ਕੋਲ ਦਿੱਤੀ ਹੈ ਹਾਫ ਸੋ ਦਿਸ ਇਜ਼ ਦ ਕਰੈਕਟ ਆਪਸ਼ਨ ਓਵਰ ਹੇਅਰ Next question. A community health nurse should include which of the following when informing a client about home care services? So,
ਇਹ ਜੋ ਸਾਡੇ ਕੋਲ ਆਪਸ਼ਨਸ ਦਿੱਤੀਆਂ ਉਹਨਾਂ 'ਚੋਂ ਅਸੀਂ ਦੇਖਣਾ ਕਿ ਕਿਹੜੀ ਚੀਜ਼ ਟਰੂ ਹੈ ਰਿਗਾਰਡਿੰਗ ਹੋਮ ਕੇਅਰ ਸਰਵਿਸਿਜ਼। ਫਸਟ ਆਪਸ਼ਨ ਇਜ਼ ਅ ਡਿਪੈਂਡੈਂਸੀ ਔਨ ਹੋਮ ਕੇਅਰ ਨਰਸ ਵਿਲ ਡਿਵੈਲਪ। ਹੁਣ ਇਹ ਬਿਲਕੁਲ ਰੋਂਗ ਆਪਸ਼ਨ ਹੈਗੀ ਹੈ, ਬਿਕੋਜ਼ ਹੋਮ ਕੇਅਰ ਦਾ ਮੇਨ ਮੋਟਿਵ ਹੁੰਦਾ ਹੈ ਇੰਡੀਪੈਂਡੈਂਸ ਪ੍ਰਮੋਟ ਕਰਨਾ, ਨਾ ਕਿ ਡਿਪੈਂਡੈਂਸੀ ਪ੍ਰਮੋਟ ਕਰਨਾ। ਸੋ ਪੇਸ਼ੈਂਟ ਨੂੰ ਆਪਾਂ ਡਿਪੈਂਡੈਂਟ ਨਹੀਂ ਬਣਾਉਣਾ ਹੁੰਦਾ। ਨਰਸ ਤੇ ਫੈਮਿਲੀ ਪੇਸ਼ੈਂਟ ਨੂੰ ਸੈਲਫ ਕੇਅਰ ਸਿਖਾਉਂਦੇ ਨੇ ਤਾਂ ਉਹ ਆਪਣੇ ਆਪ ਨੂੰ ਖੁਦ ਮੈਨੇਜ ਕਰ ਸਕੇ। ਸੋ ਦਿਸ ਇਜ਼ absolutely wrong. Option B, home care will cost more than staying in the hospital. Generally hospital stay ज़्यादा महंगा ਹੁੰਦਾ ਆ ਕਿਉਂਕਿ ਉਹਦੇ overhead cost ज़्यादा ਹੁੰਦੇ ਨੇ। home care comparatively cost effective ਹੁੰਦਾ ਆ except ਜਦੋਂ high technology equipments ਦੀ ਜ਼ਰੂਰਤ ਹੋਵੇ। ਸੋ ਇੱਥੇ ਇਹ option appropriate ਨਹੀਂ ਹੈਗਾ। Option C, there are limits to advances in technology. ਸੋ ਇਹ ਸਹੀ ਹੈ ਕਿ ਟੈਕਨੋਲੋਜੀ ਦੀ ਲਿਮਿਟਸ ਹੁੰਦੀਆਂ ਆ, ਪਰ ਹੋਮ ਕੇਅਰ ਸਰਵਿਸਿਜ਼ ਨੂੰ ਐਕਸਪਲੇਨ ਕਰਨ ਲਈ ਇਹ ਰੈਲੇਵੈਂਟ ਪੁਆਇੰਟ ਨਹੀਂ ਹੈਗਾ। ਨੈਕਸਟ ਆਪਸ਼ਨ ਚੈੱਕ ਕਰਦੇ ਹਾਂ। ਗ੍ਰੇਟਰ ਆਟੋਨੋਮੀ ਐਂਡ ਕੰਟਰੋਲ ਓਵਰ ਸੈਲਫ ਕੇਅਰ ਆਰ ਫੋਸਟਰਡ। ਦਿਸ ਇਜ਼ ਐਬਸੋਲਿਊਟਲੀ ਰਾਈਟ ਆਪਸ਼ਨ ਓਵਰ ਹੇਅਰ। ਹੋਮ ਕੇਅਰ ਦਾ ਸਭ ਤੋਂ ਵੱਧ ਫਾਇਦਾ ਇਹ ਹੈ ਕਿ ਪੇਸ਼ੈਂਟ ਨੂੰ ਆਪਣੇ ਫੈਮਿਲੀਅਰ एनवायरमेंट 'ਚ ਆਪਣੇ ਹੋਮ एनवायरमेंट ਵਿੱਚ ਰਹਿ ਕੇ ਸੈਲਫ ਕੇਅਰ ਸਿੱਖਣ ਦਾ, ਆਪਣੇ ਡਿਸੀਜਨਸ ਲੈਣ ਦਾ ਚਾਂਸ ਮਿਲਦਾ ਆ। ਇਹਨਾਂ ਨਾਲ ਪੇਸ਼ੈਂਟ ਦੀ ਆਟੋਨੋਮੀ ਆਪਾਂ ਪ੍ਰਮੋਟ ਕਰਦੇ ਹਾਂ, ਵਧਾਉਂਦੇ ਹਾਂ ਐਂਡ ਪੇਸ਼ੈਂਟ ਦਾ ਕੌਨਫੀਡੈਂਸ ਡਿਵੈਲਪ ਹੁੰਦਾ ਆ। ਸੋ ਦਿਸ ਇਜ਼ ਰਾਈਟ ਆਪਸ਼ਨ ਓਵਰ ਹੇਅਰ। Next question, which of the following is the best example of an ethical dilemma faced by nurse? Deciding whether or not to place a client in private room, deciding the order in which staff members should take their breaks, deciding whether or not to ask another nurse to care for a very complex patient, or deciding whether or not to tell a client about the client's diagnosis. So ਹੁਣ question 'ਚ ਸਾਨੂੰ ਪੁੱਛੀ ਆ best example of ethical dilemma faced by nurse. ਹੁਣ ethical dilemma ਉਹ situation ਹੁੰਦੀ ਹੈ ਜਿੱਥੇ ਦੋ ਜਾਂ ਦੋ ਤੋਂ ਜ਼ਿਆਦਾ moral principles clash ਕਰਦੇ ਨੇ ਤੇ nurse ਨੂੰ decide ਕਰਨਾ ਪੈਂਦਾ ਹੈ ਕਿ ਕਿਹੜਾ principle follow ਕਰਨਾ ਹੈ। ਇਸ ਸਿਚੁਏਸ਼ਨ ਵਿੱਚ ਜਿਸ ਸਾਈਡ ਤੇ ਵੀ ਨਰਸ ਚੂਜ਼ ਕਰੇਗੀ ਕੋਈ ਨਾ ਕੋਈ ਮੋਰਲ ਪ੍ਰਿੰਸੀਪਲ ਵਾਇਲੇਟ ਹੁੰਦਾ ਆ। ਫॉर ਐਗਜ਼ਾਮਪਲ ਆਪਣੇ ਕੋਲ ਇੱਕ ਟਰਮੀਨਲੀ ਇਲ ਪੇਸ਼ੈਂਟ ਆ ਐਂਡ ਉਹ ਨਰਸ ਨੂੰ ਪੁੱਛ ਰਿਹਾ ਹੈ ਐਮ ਆਈ ਗੋਇੰਗ ਟੂ ਡਾਈ ਸੂਨ। ਸੋ ਹੁਣ ਪੇਸ਼ੈਂਟ ਪੁੱਛ ਰਿਹਾ ਹੈ ਕਿ ਉਹ ਜਲਦੀ ਡਾਈ ਕਰ ਜਾਏਗਾ ਤਾਂ ਨਰਸ ਦਾ ਆਨਸਰ ਉੱਥੇ ਕੀ ਹੋਣਾ ਚਾਹੀਦਾ। ਦੋ ਆਪਸ਼ਨਸ ਹੁੰਦੀਆਂ। ਫਸਟ ਆਪਸ਼ਨ ਆ ਕਿ ਨਰਸ ਪੇਸ਼ੈਂਟ ਨੂੰ ਟਰੁੱਥ ਦੱਸ ਦੇ ਸਹੀ ਤਰ੍ਹਾਂ ਕਿ ਯੈਸ ਹੀ ਇਜ਼ ਗੋਇੰਗ ਟੂ ਡਾਈ ਬਿਕੋਜ਼ ਆਫ ਹਿਸ ਕੰਡੀਸ਼ਨ, ਕਿ ਉਹ ਟਰਮੀਨਲੀ ਇਲ ਹੈਗਾ ਪਤਾ ਲੱਗਣ ਦਿਆ। ਜੇ ਨਰਸ ਇਹਨੂੰ ਫੋਲੋ ਕਰਦੀ ਹੈ ਇਟ ਮੀਨਸ ਸ਼ੀ ਰਿਸਪੈਕਟਸ ਪੇਸ਼ੈਂਟ ਆਟੋਨੋਮੀ। ਆਟੋਨੋਮੀ ਮੀਨਸ ਪੇਸ਼ੈਂਟਸ ਰਾਈਟ ਟੂ ਨੋ। ਆਪਸ਼ਨ 2, ਵਿਦਹੋਲਡ ਟਰੁੱਥ। ਹੁਣ ਇੱਥੇ ਹੈਗਾ ਹੈ ਕਿ ਨਰਸ ਪੇਸ਼ੈਂਟ ਨੂੰ ਨਾ ਦੱਸੇ, ਰਿਸਪੈਕਟ ਨॉन ਮਾਲਫੀਸੈਂਸ। ਸੋ ਇੱਥੇ ਜਿਹੜਾ ਮੋਰਲ ਪ੍ਰਿੰਸੀਪਲ ਆਪਣਾ ਆ ਜਾਂਦਾ ਨॉन ਮਾਲਫੀਸੈਂਸ ਮੀਨਸ ਡੂਇੰਗ ਨੋ ਹਾਰਮ ਟੂ ਦ ਪੇਸ਼ੈਂਟ ਐਂਡ ਪ੍ਰੋਟੈਕਟ ਹਿਮ ਫਰੋਮ ਇਮੋਸ਼ਨਲ ਡਿਸਟ੍ਰੈਸ। ਸੋ ਹੁਣ ਇਸ ਕੰਡੀਸ਼ਨ ਵਿੱਚ ਨਰਸ ਸਟਕ ਹੁੰਦੀ ਹੈ ਬਿਟਵੀਨ ਟੈਲਿੰਗ ਟਰੁੱਥ ਜਾਂ ਪ੍ਰੋਟੈਕਟਿੰਗ ਪੇਸ਼ੈਂਟ ਫਰੋਮ ਇਮੋਸ਼ਨਲ ਡਿਸਟ੍ਰੈਸ। ਸੋ ਇੱਥੇ ਦੋ ਪ੍ਰਿੰਸੀਪਲਸ ਦੇ ਵਿੱਚ ਜਿਹੜੀ ਆ ਨਰਸ ਸਟਕ ਹੁੰਦੀ ਆ, ਇਹਨੂੰ ਅਸੀਂ ਬੋਲਦੇ ਹਾਂ ਐਥੀਕਲ ਡਾਇਲੇਮਾ। ਹੁਣ ਆਪਣੀ ਆਪਸ਼ਨਸ ਦੇਖਦੇ ਹਾਂ ਵਨ ਬਾਏ ਵਨ। ਸੋ ਫਸਟ ਆਪਸ਼ਨ ਇਜ਼ ਡਿਸਾਈਡਿੰਗ ਵੈਦਰ ਔਰ ਨਾਟ ਟੂ ਪਲੇਸ ਅ ਕਲਾਇੰਟ ਇਨ ਅ ਪ੍ਰਾਈਵੇਟ ਰੂਮ। ਪ੍ਰਾਈਵੇਟ ਰੂਮ ਦੇ ਵਿੱਚ ਪੇਸ਼ੈਂਟ ਨੂੰ ਪਾਉਣਾ ਇਹ ਐਡਮਿਨਿਸਟ੍ਰੇਟਿਵ ਜਾਂ ਕਲੀਨਿਕਲ ਡਿਸੀਜਨ ਹੈਗਾ ਆ। ਇੱਥੇ ਮੋਰਲ ਪ੍ਰਿੰਸੀਪਲ ਕਲੈਸ਼ ਨਹੀਂ ਹੁੰਦਾ। ਸੋ ਦਿਸ ਇਜ਼ ਰੋਂਗ। ਆਪਸ਼ਨ 2, deciding the order in which staff members should take their breaks. A managerial issue, not a ethical dilemma. So this is also wrong. Option C, deciding whether or not to ask another nurse to care for a very complex patient. On another nurse ने very complex patient ਦੀ care ਕਰਨੀ ਆ, ਇਹ competency ਜਾਂ staffing issue ਹੈਗਾ ਆ, not a moral conflict. Option D, deciding whether or not to tell a client about the client's diagnosis. So ਇਹ ਬਿਲਕੁਲ ethical dilemma ਆ। ਜਿੱਦਾਂ ਕਿ ਮੈਂ ਤੁਹਾਨੂੰ example 'ਚ ਦੱਸਿਆ, ਇੱਥੇ nurse confused ਹੁੰਦੀ ਆ between two moral principles ਕਿ ਕਿਹੜੀ ਚੀਜ਼ ਨੂੰ ਉਹ follow ਕਰੇ। So when counseling a pre-eclamptic client about her diet, what should the nurse encourage the woman to do? So pre-eclamptic client ਦੀ care ਕਰ ਰਹੀ ਆ, ਉਹਦੀ ਡਾਈਟ ਬਾਰੇ ਨਰਸ ਨੇ ਐਜੂਕੇਟ ਕਰਨਾ ਹੈ ਪੇਸ਼ੈਂਟ ਨੂੰ। ਸੋ ਕੀ ਬੋਲੇਗੀ ਨਰਸ ਉਹਨੂੰ? ਫਸਟ ਆਫ ਆਲ ਆਪਾਂ ਇਹ ਦੇਖਣਾ ਹੈ ਕਿ ਪ੍ਰੀ ਇਕਲੈਂਪਟਿਕ ਕਲਾਇੰਟ ਹੈਗਾ ਆ ਤੇ ਉਹਦੇ ਸਾਈਨ ਐਂਡ ਸਿੰਪਟਮਸ ਕੀ ਹੁੰਦੇ ਆ, ਉਹਦੇ ਬੇਸ ਤੇ ਹੀ ਉਹਦੀ ਡਾਈਟ ਡਿਸਾਈਡ ਕੀਤੀ ਜਾਂਦੀ ਹੈ। ਸੋ ਫਸਟ ਪ੍ਰੀ ਇਕਲੈਂਪਸ਼ੀਆ ਦੇ 3 ਮੇਨ ਸਾਈਨਸ ਹੁੰਦੇ ਆ ਆਪਣੇ ਕੋਲ, ਹਾਈ BP, ਦੈਨ ਪ੍ਰੋਟੀਨ ਯੂਰੀਆ ਐਂਡ ਐਡੀਮਾ। ਸੋ ਹੁਣ ਮੈਨੇਜਮੈਂਟ ਜਿਹੜੀ ਆ ਉਹ ਫੋਕਸ ਕਰਦੀ ਹੈ ਕਿ BP ਨੂੰ ਕੰਟਰੋਲ ਕਰਨਾ ਆ, ਬੈਲੈਂਸ ਨਿਊਟ੍ਰੀਸ਼ਨ ਦੇਣੀ ਆ ਐਂਡ ਪ੍ਰੋਟੀਨ ਯੂਰੀਆ, ਯੂਰਿਨ ਦੇ ਵਿੱਚ ਪ੍ਰੋਟੀਨ ਨਿਕਲਣ ਦਿਆ ਆ। ਸੋ ਇਟ ਮੀਨਸ ਪੇਸ਼ੈਂਟ ਨੂੰ ਪ੍ਰੋਟੀਨ ਦੀ ਨੀਡ ਹੈਗੀ ਆ, ਐਡਿਕੁਏਟ ਪ੍ਰੋਟੀਨ ਵੀ ਦੇਣਾ ਆ। ਸੋ ਲੈਟਸ ਸੀ ਆਰ ਆਪਸ਼ਨਸ। ਫਸਟ ਆਪਸ਼ਨ ਇਜ਼ ਅਵੋਇਡ ਸਿੰਪਲ ਸ਼ੂਗਰਸ। ਹੁਣ ਐਕਸੈਸ ਸ਼ੂਗਰਸ ਜਿਹੜੀਆਂ ਰਿਡਿਊਸ ਕਰਨਾ ਉਹ ਜਨਰਲੀ ਹੈਲਦੀ ਹੁੰਦਾ ਹੈ, ਬਟ ਅਵੋਇਡਿੰਗ ਸਿੰਪਲ ਸ਼ੂਗਰਸ ਇਹ ਸਪੈਸੀਫਿਕ ਰਿਕਮੈਂਡੇਸ਼ਨ ਨਹੀਂ ਹੈਗੀ ਪ੍ਰੀ ਇਕਲੈਂਪਸ਼ੀਆ ਦੇ ਵਿੱਚ, ਅਨਲੈਸ ਪੇਸ਼ੈਂਟ ਨੂੰ ਜੈਸਟੇਸ਼ਨਲ ਡਾਇਬਟੀਜ਼ ਜਾਂ ਓਬੇਸਿਟੀ ਆ। ਸੋ ਇੱਥੇ ਇਹਦਾ ਕੋਈ ਰੋਲ ਨਹੀਂ ਹੈਗਾ।
ऑप्शन बी ईट अ वेल बैलेंस्ड डाइट। ये तो ऑबवियस आ, हर पेशेंट ਲਈ ਇਹ ਜ਼ਰੂਰੀ ਆ ਟੂ ਈਟ ਅ ਵੈਲ ਬੈਲੈਂਸਡ ਡਾਈਟ। ਬੈਲੈਂਸ ਡਾਈਟ ਸਪੋਰਟ ਕਰਦੀ ਆ ਮੈਟਰਨਲ ਹੈਲਥ ਨੂੰ, ਇੱਥੇ ਫੀਟਲ ਗਰੋਥ ਨੂੰ ਸਪੋਰਟ ਕਰੂਗੀ ਐਂਡ ਮਦਰ ਦਾ ਜਿਹੜਾ ਓਵਰਆਲ ਬੀਪੀ ਐਂਡ ਮੈਟਾਬੋਲਿਕ ਸਟੇਟਸ ਹੈਗਾ ਆ ਉਹਨੂੰ ਵੀ ਮੇਨਟੇਨ ਕਰਕੇ ਰੱਖੂਗੀ। ਸੋ ਦਿਸ ਇਜ਼ ਰਾਈਟ। ਨੈਕਸਟ ਆਪਸ਼ਨ ਦੇਖਦੇ ਹਾਂ, ਰਿਸਟ੍ਰਿਕਟ ਸੋਡੀਅਮ ਇਨਟੇਕ। ਹੁਣ ਇੱਥੇ ਮੋਸਟਲੀ ਸਟੂਡੈਂਟਸ ਕੀ ਕਰਨਗੇ, ਹਾਈ ਬੀਪੀ ਦੇਖ ਕੇ ਸੋਡੀਅਮ ਇਨਟੇਕ ਰਿਸਟ੍ਰਿਕਟ ਕਰਨ ਵਾਲੀ ਆਪਸ਼ਨ ਚੂਜ਼ ਕਰਨਗੇ, ਬਟ ਸੋਡੀਅਮ ਨੂੰ ਰਿਸਟ੍ਰਿਕਟ ਕਰਨਾ ਯੂਜੂਅਲੀ ਰਿਕਮੈਂਡਡ ਹੁਣ ਰੂਟੀਨਲੀ ਰਿਕਮੈਂਡਡ ਨਹੀਂ ਹੈਗਾ, ਕਿਉਂਕਿ ਸੋਡੀਅਮ ਰਿਸਟ੍ਰਿਕਸ਼ਨ ਜਿਹੜੀ ਆ ਬੀਪੀ ਕੰਟਰੋਲ ਲਈ ਤਾਂ ਹੈਲਪਫੁਲ ਹੁੰਦੀ ਆ, ਬਟ ਪ੍ਰੈਗਨੈਂਸੀ ਦੇ ਵਿੱਚ ਸਿਵੀਅਰ ਰਿਸਟ੍ਰਿਕਸ਼ਨ ਜਿਹੜੀ ਆ ਹਾਰਮਫੁਲ ਹੋ ਸਕਦੀ ਆ। ਪ੍ਰੈਗਨੈਂਟ ਪੇਸ਼ੈਂਟ ਨੂੰ ਨਾ ਤਾਂ ਆਪਾਂ ਐਕਸੈਸ 'ਚ ਦੇਣਾ ਹੁੰਦਾ, ਨਾ ਹੀ ਬਿਲਕੁਲ ਲੋ ਅਮਾਊਂਟ ਦੇਣਾ ਹੁੰਦਾ, ਐਡਿਕੁਏਟ ਅਮਾਊਂਟ ਦੇਣਾ ਹੁੰਦਾ ਆ। ਸੋ ਇੱਥੇ ਇਹ ਹੈਲਪਫੁਲ ਨਹੀਂ ਹੋਊਗੀ। ਐਂਡ ਸੋਡੀਅਮ ਸਿਰਫ ਉਦੋਂ ਹੀ ਰਿਸਟ੍ਰਿਕਟ ਕੀਤਾ ਜਾਂਦਾ ਆ ਜਦੋਂ ਫਿਜ਼ੀਸ਼ੀਅਨ ਦੇ ਸਪੈਸੀਫਿਕ ਆਰਡਰਸ ਹੋਣ। ਫੋਰ ਐਗਜ਼ਾਮਪਲ ਅਗਰ ਸਿਵੀਅਰ ਐਡੀਮਾ ਆ ਵਿਦ ਕਾਰਡੀਅਕ ਇਸ਼ੂਜ਼, ਉੱਥੇ ਇੰਡੀਵਿਜੂਅਲਾਈਜ਼ ਮੈਡੀਕਲ ਐਡਵਾਈਸ ਪੇਸ਼ੈਂਟ ਨੂੰ ਦਿੱਤੀ ਜਾ ਸਕਦੀ ਆ ਟੂ ਰਿਸਟ੍ਰਿਕਟ ਸੋਡੀਅਮ। ਨੈਕਸਟ ਆਪਸ਼ਨ ਦੇਖਦੇ ਆ, ਇੰਕਰੀਜ਼ ਇਨਟੇਕ ਆਫ ਫਲੂਇਡਸ। ਸੋ ਹੁਣ ਇਹ ਤਾਂ ਰੋਂਗ ਹੈਗੀ ਆ, ਆਪਾਂ ਫਲੂਇਡਸ ਦਾ ਇਨਟੇਕ ਇੰਕਰੀਜ਼ ਨਹੀਂ ਕਰਨਾ, ਫਲੂਇਡ ਬੈਲੈਂਸ ਜਿਹੜਾ ਵਾ ਮੇਨਟੇਨ ਕਰਕੇ ਰੱਖਣਾ। ਅਗਰ ਪੇਸ਼ੈਂਟ ਦੇ ਅੰਦਰ ਫਲੂਇਡ ਬੈਲੈਂਸ ਜਿਹੜਾ ਵਾ ਫਲੂਇਡ ਵੋਲਿਊਮ ਜਿਹੜੀ ਇੰਕਰੀਜ਼ ਹੋਊਗੀ ਉਹਦੇ ਨਾਲ ਐਡੀਮਾ ਹੋਰ ਵਰਸਨ ਹੋ ਸਕਦਾ ਆ, ਪਰ ਜੇ ਅੰਡਰ ਹਾਈਡਰੇਸ਼ਨ ਹੋ ਜੂਗੀ, ਡੀਹਾਈਡਰੇਸ਼ਨ, ਉਹ ਵੀ ਬੈਡ ਹੈਗੀ ਆ। ਸੋ ਐਡਿਕੁਏਟ ਹਾਈਡਰੇਸ਼ਨ ਮੇਨਟੇਨ ਕਰਨੀ ਹੁੰਦੀ ਆ, ਨਾਟ ਇੰਕਰੀਜ਼ ਫਲੂਇਡਸ। ਸੋ ਰਿਮੈਂਬਰ ਪ੍ਰੀ-ਕਲੈਂਪਸ਼ੀਆ ਦੇ ਵਿੱਚ ਜਿਹੜੀ ਬੇਸਿਕ ਐਡਵਾਈਸ ਹੁੰਦੀ ਆ, ਹੈਲਦੀ ਐਂਡ ਬੈਲੈਂਸ ਡਾਈਟ, ਐਡਿਕੁਏਟ ਪ੍ਰੋਟੀਨਸ ਦੇਣੇ ਆ ਪੇਸ਼ੈਂਟ ਨੂੰ, ਫਰੂਟਸ ਵੈਜਿਸ ਦੇਣੇ ਆ, ਜੰਕ ਫੂਡ ਅਵੋਇਡ ਕਰਨਾ ਆ। ਸੋਲਟ ਔਰ ਫਲੂਇਡ ਚੇਂਜਸ ਜਿਹੜੇ ਆ ਓਨਲੀ ਅੰਡਰ ਡਾਕਟਰਸ ਆਰਡਰ ਹੀ ਹੁੰਦੇ ਆ, ਇੰਡੀਵਿਜੂਅਲਾਈਜ਼ਡ ਜਿਹੜਾ ਪੇਸ਼ੈਂਟ ਦਾ ਪਲਾਨ ਬਣਾਇਆ ਜਾਂਦਾ ਆ। ਸੋ ਆਪਸ਼ਨ ਡੀ ਇਜ਼ ਆਲਸੋ ਰੋਂਗ ਐਂਡ ਆਪਸ਼ਨ ਸੀ ਇਜ਼ ਆਲਸੋ ਰੋਂਗ। When assessing a client admitted to the hospital for diabetic ketoacidosis, which of the following clinical manifestations would the nurse expect? So ਹੁਣ ਫਸਟ ਦੇਖਦੇ ਹਾਂ diabetic ketoacidosis ਕੀ ਹੁੰਦਾ ਹੈ। ਇਹ ਕੰਡੀਸ਼ਨ ਹੈ ਜਿਹਦੇ ਵਿੱਚ ਇਨਸੂਲਿਨ ਡੈਫੀਸ਼ੀਐਂਸੀ ਹੁੰਦੀ ਆ, ਜਿਹਦੇ ਕਰਕੇ ਗਲੂਕੋਜ਼ ਸੈਲਸ ਦੇ ਵਿੱਚ ਐਂਟਰ ਨਹੀਂ ਕਰ ਪਾਉਂਦਾ। ਜਦੋਂ ਸੈਲਸ ਨੂੰ ਗਲੂਕੋਜ਼ ਨਹੀਂ ਮਿਲੂਗਾ, ਸੈਲਸ ਨੂੰ ਕੁਝ ਤਾਂ એનર્ਜੀ ਸੋਰਸ ਚਾਹੀਦਾ ਆ, ਫਿਰ ਸੈਲਸ ਫੈਟਸ ਨੂੰ ਬ੍ਰੇਕ ਡਾਊਨ ਕਰਨਾ ਸਟਾਰਟ ਕਰਦੇ ਆ ਐਂਡ ਜਦੋਂ ਫੈਟਸ ਬ੍ਰੇਕ ਡਾਊਨ ਹੁੰਦੇ ਆ ਦੈਨ ਫਾਰਮ ਹੁੰਦੀਆਂ ਆ ਕੀਟੋਨ ਬੋਡੀਜ਼, ਜੋ ਕਿ ਬੋਡੀ ਨੂੰ ਐਸਿਡੋਟਿਕ ਬਣਾਉਂਦੀਆਂ ਆ, ਜਿਹਨੂੰ ਬਾਅਦ 'ਚ ਅਸੀਂ ਮੈਟਾਬੋਲਿਕ ਐਸਿਡੋਸਿਸ ਬੋਲਦੇ ਹਾਂ। ਸੋ ਇਹ ਹੋ ਗਿਆ ਕਿ ਮੈਟਾਬੋਲਿਕ ਐਸਿਡੋਸਿਸ ਹੋ ਰਹੀ ਹੈ ਡਿਊ ਟੂ ਡਾਇਬੀਟਿਕ ਕੀਟੋਐਸਿਡੋਸਿਸ। ਐਂਡ ਬਲੱਡ ਦੀ ਨਾਰਮਲ ਪੀਐਚ ਹੁੰਦੀ ਹੈ ਜੀ 7.35 ਟੂ 7.45। ਅਗਰ 7.35 ਤੋਂ ਘੱਟ ਹੋਵੇ ਪੀਐਚ ਦੈਟ ਇਜ਼ ਐਸਿਡੋਸਿਸ, ਅਗਰ 7.45 ਤੋਂ ਜ਼ਿਆਦਾ ਹੋਵੇ ਉਹਨੂੰ ਬੋਲਦੇ ਆ ਐਲਕਲੋਸਿਸ। ਹੁਣ ਇਹਦੇ ਵਿੱਚ ਸਾਡੀ ਬੋਡੀ ਜਿਹੜੀ ਆ ਮੈਟਾਬੋਲਿਕ ਐਸਿਡੋਸਿਸ ਦੇ ਵਿੱਚ ਬੋਡੀ ਐਸਿਡੋਟਿਕ ਹੁੰਦੀ ਆ, ਮੀਨਸ ਪੀਐਚ ਜੋ ਹੈ ਲੈਸ ਦੈਨ 7.35 ਹੈ। ਸੋ ਦੈਨ ਬੋਡੀ ਇਹਨੂੰ ਕੰਪਨਸੇਟ ਕਰਨ ਲਈ ਬਹੁਤ ਡੀਪ ਤੇ ਫਾਸਟ ਬਰੀਦਿੰਗ ਕਰਦੀ ਹੈ ਤਾਂ ਜੋ CO2 ਨੂੰ ਬਲੋ ਆਫ ਕਰ ਸਕੇ ਬੋਡੀ ਚੋਂ ਤੇ ਐਸਿਡ ਨੂੰ ਬੋਡੀ ਚੋਂ ਰਿਡਿਊਸ ਕੀਤਾ ਜਾ ਸਕੇ। ਐਂਡ ਇਸ ਟਾਈਪ ਦੀ ਬਰੀਦਿੰਗ ਨੂੰ ਕੋਸਮੋਲ ਬਰੀਦਿੰਗ ਵੀ ਬੋਲਿਆ ਜਾਂਦਾ ਹੈ। ਸੋ ਹੁਣ ਜਦੋਂ CO2 ਨੂੰ ਬਲੋ ਆਫ ਕਰਨ ਦੀ ਹੈ, ਰਿਮੈਂਬਰ CO2 ਦੀ ਨਾਰਮਲ ਰੇਂਜ ਹੁੰਦੀ ਆ 35 ਟੂ 45। ਸੋ ਨਾਓ ਬੈਕ ਟੂ ਕੁਐਸਚਨ, ਆਪਸ਼ਨਸ ਚੈੱਕ ਕਰਦੇ ਹਾਂ। ਫਸਟ ਆਪਸ਼ਨ ਆਰਟੀਰੀਅਲ ਬਲੱਡ ਕਾਰਬਨ ਡਾਈਆਕਸਾਈਡ ਜਿਹੜੀ ਹੈਗੀ ਆ ਬਿਲੋ 10। ਸੋ ਡਾਇਬੀਟਿਕ ਕੀਟੋਐਸਿਡੋਸਿਸ ਵਿੱਚ ਰੈਪਿਡ ਬਰੀਦਿੰਗ ਕਰਕੇ ਕਾਰਬਨ ਡਾਈਆਕਸਾਈਡ ਲੋ ਹੁੰਦੀ ਆ, ਪਰ ਬਿਲੋ 10 mmHg ਬਹੁਤ ਹੀ ਰੇਅਰ ਸਿਚੁਏਸ਼ਨ ਆ। ਨਾਰਮਲੀ ਲੋ ਹੋ ਕੇ ਵੀ ਕਾਰਬਨ ਡਾਈਆਕਸਾਈਡ 20 to 30 ਦੇ ਅਰਾਊਂਡ ਹੁੰਦਾ ਆ। ਸੋ ਦਿਸ ਇਜ਼ ਨਾਟ ਐਪਰੋਪ੍ਰੀਏਟ। ਆਪਸ਼ਨ ਬੀ ਆਰਟੀਰੀਅਲ ਬਲੱਡ ਕਾਰਬਨ ਡਾਈਆਕਸਾਈਡ ਅਬਵ 40। ਜੇ ਕਾਰਬਨ ਡਾਈਆਕਸਾਈਡ 40 ਤੋਂ ਉੱਪਰ ਹੈ ਤਾਂ ਮਤਲਬ ਰੈਸਪੀਰੇਟਰੀ ਐਸਿਡੋਸਿਸ ਹੈ। ਡਾਇਬੀਟਿਕ ਕੀਟੋਐਸਿਡੋਸਿਸ ਵਿੱਚ ਪੇਸ਼ੈਂਟ ਤਾਂ ਹਾਈਪਰ ਵੈਂਟੀਲੇਟ ਕਰਦਾ, ਸੋ ਉਹਦੇ 'ਚ ਕਾਰਬਨ ਡਾਈਆਕਸਾਈਡ ਹਾਈ ਨਹੀਂ ਹੁੰਦੀ, ਹਮੇਸ਼ਾ ਲੋ ਹੁੰਦੀ ਆ। ਸੋ ਬਲੱਡ ਪੀਐਚ ਲੈਵਲ ਅਬਵ 7.5, ਅਬਵ 7.5 ਬਲੱਡ ਪੀਐਚ ਮੀਨਸ ਐਲਕਲੋਸਿਸ। ਸੋ DKA ਦੇ ਵਿੱਚ ਐਸਿਡੋਸਿਸ ਹੁੰਦਾ ਆ, ਸੋ ਦਿਸ ਇਜ਼ ਆਲਸੋ ਰੋਂਗ। ਅ ਬਲੱਡ ਪੀਐਚ ਲੈਵਲ ਬਿਲੋ 7.2, ਸੋ ਦਿਸ ਇਜ਼ ਦ ਕਰੈਕਟ ਆਪਸ਼ਨ ਓਵਰ ਹੇਅਰ। ਇਹੀ ਡਾਇਬੀਟਿਕ ਕੀਟੋਐਸਿਡੋਸਿਸ ਦਾ ਹੌਲਮਾਰਕ ਸਾਈਨ ਹੈਗਾ ਆ। ਮਾਈਲਡ DKA ਦੇ ਵਿੱਚ 7.25 ਟੂ 7.30 ਹੋਊਗੀ ਪੀਐਚ, ਮੋਡਰੇਟ ਦੇ ਵਿੱਚ 7 ਟੂ 7.24 ਹੋ ਸਕਦੀ ਆ ਐਂਡ ਸੀਵੀਅਰ ਦੇ ਵਿੱਚ ਲੈਸ ਦੈਨ 7 ਹੁੰਦੀ ਆ। ਸੋ ਨੈਕਸਟ ਕੁਐਸਚਨ ਇਜ਼, nurse hears the alarm sound of the telemetry or cardiac monitor, quickly looks at the patient and notes that the client is in ventricular tachycardia. The nurse rushes to the client's room and on reaching the client's bedside, the nurse should perform which action first? So ਇਹ ਸਾਡਾ ਪ੍ਰਾਇੋਰਿਟੀ ਬੇਸਡ ਕੁਐਸਚਨ ਹੈਗਾ ਆ। ਕੁਐਸਚਨ 'ਚ ਸਾਨੂੰ ਦਿੱਤਾ ਹੋਇਆ ਹੈ ਪੇਸ਼ੈਂਟ ਨੂੰ ਵੈਂਟਰੀਕੂਲਰ ਟੈਕੀਕਾਰਡੀਆ ਆ
ਅਲਾਰਮ ਸਾਊਂਡ ਹੁੰਦਾ ਹੈ ਔਨ ਕਾਰਡੀਅਕ ਮੋਨੀਟਰ ਐਂਡ ਨਰਸ ਜਦੋਂ ਪੇਸ਼ੈਂਟ ਕੋਲ ਗਈ ਐਂਡ ਔਨ ਰੀਚਿੰਗ ਦ ਪੇਸ਼ੈਂਟ ਨਰਸ ਨੇ ਕਿਹੜਾ ਐਕਸ਼ਨ ਸਭ ਤੋਂ ਪਹਿਲਾਂ ਪਰਫੋਰਮ ਕਰਨਾ ਆ। ਸੋ ਇੱਥੇ ਸਾਡੇ ਕੋਲ ਆਪਸ਼ਨਸ ਦੇਖਦੇ ਹਾਂ। ਆਪਸ਼ਨ ਫਰਸਟ ਇਜ਼ ਡਿਲੀਵਰ 2 ਇਫੈਕਟਿਵ ਬ੍ਰੀਥਸ, ਆਪਸ਼ਨ 2 ਬਿਗਿਨ ਚੈਸਟ ਕੰਪਰੈਸ਼ਨਸ, ਆਪਸ਼ਨ 3 ਡਿਟਰਮਿਨ ਅਨਰਿਸਪੌਂਸਿਵਨੈਸ ਐਂਡ ਆਪਸ਼ਨ ਡੀ ਓਪਨ ਦ ਏਅਰਵੇ। ਹੁਣ ਇਹ ਸਾਰੇ ਆਪਸ਼ਨ CPR ਤੋਂ ਰਿਲੇਟਡ ਨੇ। ਸੋ ਬਿਫੋਰ CPR ਆਪਾਂ ਕੋਈ ਆਪਸ਼ਨ ਸੈਲੈਕਟ ਕਰੀਏ, ਯਾਦ ਰੱਖਣਾ ਸਭ ਤੋਂ ਪਹਿਲਾਂ ਆਪਾਂ ਪੇਸ਼ੈਂਟ ਦਾ ਰਿਸਪੌਂਸ ਚੈੱਕ ਕਰਦੇ ਹਾਂ। ਫਰਸਟ ਇਜ਼ ਚੈੱਕ ਫॉर ਰਿਸਪੌਂਸ ਐਂਡ ਜੇ ਪੇਸ਼ੈਂਟ ਅਨਰਿਸਪੌਂਸਿਵ ਹੋਵੇ ਤਾਂ ਕਾਲ ਫॉर ਹੈਲਪ। Then we have to start CAB. CAB is compression and then check airway and then breathing. So a sequence ਜਿਹੜਾ ਵਾ follow ਹੁੰਦਾ। Now let's see our options. Option first is deliver 2 effective breaths. ਹੁਣ ਪਹਿਲਾਂ ਏਅਰਵੇ ਜਾਂ ਰਿਸਪੌਂਸਿਵਨੈਸ ਚੈੱਕ ਕਰਨਾ ਆ ਵਿਦਾਊਟ ਕਨਫਰਮਿੰਗ ਕਿ ਪੇਸ਼ੈਂਟ ਕੌਨਸ਼ੀਅਸ ਆ ਅਨਕੌਨਸ਼ੀਅਸ ਹੈ ਜਾਂ ਨਹੀਂ। ਬ੍ਰੈਥਸ ਦੇਣਾ ਰੋਂਗ ਸਟੈਪ ਆ ਸਭ ਤੋਂ ਪਹਿਲਾਂ। ਸੋ ਦਿਸ ਇਜ਼ ਰੋਂਗ। ਆਪਸ਼ਨ 2 ਬਿਗਿਨ ਚੈਸਟ ਕੰਪਰੈਸ਼ਨਸ ਡਿਟਰਮਿਨ ਅਨਰਿਸਪੌਂਸਿਵਨੈਸ। ਸੋ ਚੈਸਟ ਕੰਪਰੈਸ਼ਨ ਸਟਾਰਟ ਕਰਨ ਤੋਂ ਪਹਿਲਾਂ ਚੈੱਕ ਕਰਨਾ ਜ਼ਰੂਰੀ ਹੈ ਕਿ ਪੇਸ਼ੈਂਟ ਰਿਸਪੌਂਸਿਵ ਹੈ ਕਿ ਅਨਕੌਨਸ਼ੀਅਸ। ਅਗਰ ਕੌਨਸ਼ੀਅਸ ਹੈ ਤਾਂ ਕੰਪਰੈਸ਼ਨਸ ਨਹੀਂ ਕਰਨੇ ਹੈਗੇ। ਸੋ ਦਿਸ ਇਜ਼ ਆਲਸੋ ਰੋਂਗ। ਆਪਸ਼ਨ ਸੀ ਡਿਟਰਮਿਨ ਅਨਰਿਸਪੌਂਸਿਵਨੈਸ। ਫਸਟ ਸਟੈਪ ਹਮੇਸ਼ਾ ਚੈੱਕ ਰਿਸਪੌਂਸਿਵਨੈਸ ਹੁੰਦਾ। ਰਿਸਪੌਂਸਿਵਨੈਸ ਕਿਵੇਂ ਚੈੱਕ ਕਰਦੇ ਆ? ਪੇਸ਼ੈਂਟ ਨੂੰ ਸ਼ੇਕ ਕਰਕੇ ਸ਼ਾਊਟ ਕਰਦੇ ਆ ਆਰ ਯੂ ਓਕੇ। ਅਗਰ ਪੇਸ਼ੈਂਟ ਅਨਰਿਸਪੌਂਸਿਵ ਹੈਗਾ ਆ ਦੈਨ ਇਮੀਡੀਏਟਲੀ ਕਾਲ ਫॉर help and then CPR sequence start ਕੀਤਾ ਜਾਂਦਾ ਆ। So this is right option over here. Option D open the airway. Airway open ਕਰਨਾ is not the first step, so this is also wrong. First action ਪੁੱਛਿਆ ਗਿਆ ਸੀਗਾ, so correct answer over here is option C. Next question, appropriate goal for a client with anxiety would be to. So anxiety ਵਾਲਾ patient ਹੈਗਾ ਆ ਉਹਦੇ ਲਈ appropriate goal ਪੁੱਛਿਆ ਗਿਆ। Options we have option A ventilate her feelings to the nurse, option B establish contact with reality, option C learn self-help techniques for reducing anxiety, and option D become desensitized to past trauma. So let's see, first option ventilate her feelings to the nurse. ਹੁਣ patient anxiety ਦੇ ਵਿੱਚ ਹੈਗਾ ਆ ਫੀਲਿੰਗਸ ਜਿਹੜੀਆਂ ਵੈਂਟੀਲੇਟ ਕਰਨੀਆਂ ਬਿਲਕੁਲ ਹੈਲਪਫੁਲ ਹੁੰਦੀਆਂ ਆ। ਟਾਕਿੰਗ ਇਜ਼ ਹੈਲਪਫੁਲ ਫॉर ਸ਼ਾਰਟ ਟਰਮ ਰਿਲੀਫ ਬਟ ਮੇਨ ਗੋਲ ਇੱਥੇ ਥੈਰੇਪੀ ਦਾ ਸਿਰਫ ਫੀਲਿੰਗਸ ਨੂੰ ਵੈਂਟ ਆਊਟ ਕਰਨਾ ਨਹੀਂ ਹੁੰਦਾ। ਮੇਨ ਗੋਲ ਹੁੰਦਾ ਆ ਕੋਪਿੰਗ ਡਿਵੈਲਪ ਕਰਨਾ, ਸੈਲਫ ਮੈਨੇਜਮੈਂਟ ਡਿਵੈਲਪ ਕਰਨਾ ਪੇਸ਼ੈਂਟ ਵਿੱਚ, ਨਾ ਕਿ ਸਿਰਫ ਸੈਲਫ ਐਕਸਪ੍ਰੈਸ਼ਨ। ਨੈਕਸਟ ਆਪਸ਼ਨ ਐਸਟੈਬਲਿਸ਼ ਕੰਟੈਕਟ ਵਿਦ ਰਿਐਲਿਟੀ। ਸੋ ਹੁਣ ਰਿਐਲਿਟੀ ਓਰੀਐਂਟੇਸ਼ਨ ਸਾਈਕੋਟਿਕ ਪੇਸ਼ੈਂਟ ਲਈ ਹੁੰਦਾ ਹੈ ਜੋ ਕਿ ਸਿਵੀਅਰਲੀ ਡਿਸਓਰੀਐਂਟਡ ਹੋਵੇ, ਨਾਟ ਇਨ typical anxiety patients usually aware ਹੁੰਦੇ ਨੇ of reality। ਇਹਨਾਂ ਵਿੱਚ ਮੇਨ ਇਸ਼ੂ ਹੁੰਦਾ ਹੈ stress, fear or worry। then option C learn self help techniques for reducing anxiety। ਬਿਲਕੁਲ ਕਰੈਕਟ ਆਪਸ਼ਨ ਹੈਗੀ ਆ ਬਿਕੋਜ਼ ਐਨਜ਼ਾਈਟੀ ਦੇ ਵਿੱਚ ਮੇਨ ਗੋਲ ਹੁੰਦਾ ਹੈ ਟੂ ਐਮਪਾਵਰ ਕਲਾਇੰਟ ਟੂ ਮੈਨੇਜ ਐਨਜ਼ਾਈਟੀ ਇੰਡੀਪੈਂਡੈਂਟਲੀ। ਇਹਦੇ ਵਿੱਚ ਟੈਕਨੀਕਸ ਜਿਹੜੀਆਂ ਮੇਨਲੀ ਯੂਜ਼ ਹੁੰਦੀਆਂ ਆ ਸੈਲਫ ਹੈਲਪ ਟੈਕਨੀਕਸ ਦੇ ਵਿੱਚ ਡੀਪ ਬਰੀਦਿੰਗ, ਪ੍ਰੋਗਰੈਸਿਵ ਮਸਲ ਰਿਲੈਕਸੇਸ਼ਨ ਹੋ ਗਈ, ਗਾਈਡਡ ਇਮੇਜਰੀ ਹੋ ਗਈ। ਇਹ ਚੀਜ਼ਾਂ ਪੇਸ਼ੈਂਟ ਨੂੰ ਸਿਖਾ ਕੇ ਉਹਦੀ ਐਨਜ਼ਾਈਟੀ ਰਿਡਿਊਸ ਕਰਵਾਈ ਜਾਂਦੀ ਹੈ ਤਾਂ ਜੋ ਉਹ ਕੋਪ ਕਰੇ ਅੱਗੇ ਤੋਂ ਆਪਣੇ ਆਪ ਆਪਣੀ ਐਨਜ਼ਾਈਟੀ ਰਿਡਿਊਸ ਕਰ ਸਕੇ। ਸੋ ਇੱਥੇ ਨਰਸ ਦਾ ਗੋਲ ਹੁੰਦਾ ਆ ਕਿ ਪੇਸ਼ੈਂਟ ਨੂੰ ਇਹ ਸਾਰੀਆਂ ਕੋਪਿੰਗ ਸਟ੍ਰੈਟੇਜੀਜ਼ ਟੀਚ ਕੀਤੀਆਂ ਜਾ ਸਕਣ ਤਾਂ ਜੋ ਉਹਦੇ ਫਿਜ਼ੀਓਲੋਜੀਕਲ ਐਂਡ ਸਾਈਕੋਲੋਜੀਕਲ ਸਿੰਪਟਮਸ ਜਿਹੜੇ ਆ ਜ਼ਿਆਦਾ ਸਿਵੀਅਰ ਨਾ ਹੋਣ, ਰਿਡਿਊਸ ਹੋ ਸਕਣ। ਆਪਸ਼ਨ ਡੀ ਬਿਕਮ ਡੀਸੈਂਸਿਟਾਈਜ਼ਡ ਟੂ ਪਾਸਟ ਟਰਾਮਾ। ਟਰਾਮਾ ਡੀਸੈਂਸਿਟਾਈਜੇਸ਼ਨ ਜਿਹੜੀ ਹੈਗੀ ਆ ਇਹ ਫੋਬੀਆਜ਼ ਦੇ ਵਿੱਚ ਜਾਂ ਫਿਰ ਪੋਸਟ ਟਰਾਮੈਟਿਕ ਸਟ੍ਰੈਸ ਡਿਸਆਰਡਰ ਥੈਰੇਪੀ ਦਾ ਪਾਰਟ ਹੈਗਾ ਆ। ਜਨਰਲ ਐਨਜ਼ਾਈਟੀ ਡਿਸਆਰਡਰ ਦਾ ਗੋਲ ਨਹੀਂ ਹੈਗਾ। ਸੋ ਦਿਸ ਇਜ਼ ਨਾਟ ਐਪਰੋਪਰੀਏਟ ਫॉर ਆਲ ਐਨਜ਼ਾਈਟੀ ਪੇਸ਼ੈਂਟਸ। ਸੋ ਇਹ ਵੀ ਆਪਸ਼ਨ ਰੋਂਗ ਹੋਗੀ। ਇੱਥੇ ਕਨਫਿਊਜ਼ਨ ਹੋ ਸਕਦੀ ਸੀਗੀ ਬਿਟਵੀਨ ਆਪਸ਼ਨ A ਐਂਡ ਆਪਸ਼ਨ B। ਆਪਸ਼ਨ A ਇਸ ਕਰਕੇ ਰੋਂਗ ਹੋਗੀ ਬਿਕੋਜ਼ ਇੱਥੇ ਆਪਾਂ ਪੇਸ਼ੈਂਟ ਨੂੰ ਕੋਪ ਕਰਨਾ ਨਹੀਂ ਸਿਖਾਉਂਦੇ ਹੈਗੇ, ਐਪਰੋਪਰੀਏਟ ਗੋਲ ਪੁੱਛਿਆ ਗਿਆ। ਸੋ ਦਿਸ ਇਜ਼ ਆਪਸ਼ਨ C. Next is a calculation based question. At 7 a.m. the night nurse hangs a new 500 ml bag of D5NS and adjusts the flow rate to 35 ml per hour as per order. If the IV infuses at the proper rate, how much fluid should be left in the bag when the day nurse makes round at 11:30 a.m. halfway through the shift? So ਉਹਨਾਂ ਨੇ ਕਿਹਾ ਆ ਜੀ 7 a.m. ਤੇ ਨਾਈਟ ਨਰਸ ਨੇ ਬੈਗ ਹੈਂਗ ਕੀਤਾ ਸੀਗਾ 500 ml D5NS ਦਾ ਐਂਡ ਉਹਦਾ ਫਲੋ ਰੇਟ ਸੈੱਟ ਕਰਤਾ 35 ml per hour। ਹੁਣ ਨੈਕਸਟ ਸ਼ਿਫਟ ਵਾਲੀ ਨਰਸ ਨੇ 11:30 AM ਤੇ ਬੈਗ ਚੈੱਕ ਕੀਤਾ। ਸੋ ਉਸ ਬੈਗ ਦੇ ਵਿੱਚ ਕਿੰਨਾ ਫਲੂਇਡ ਜਿਹੜਾ ਵਾ ਬਚਿਆ ਹੋਣਾ ਚਾਹੀਦਾ ਆ ਉਸ ਟਾਈਮ ਤੇ। ਲੈਟਸ ਕੈਲਕੂਲੇਟ, ਕਿੱਦਾਂ ਇਹਨੂੰ ਅਸੀਂ ਕੈਲਕੂਲੇਟ ਕਰਾਂਗੇ। ਸੋ ਸਟੈਪ 1 ਸਾਡੇ ਕੋਲ ਹੈਗਾ ਆ ਕੈਲਕੂਲੇਟ ਦ ਟਾਈਮ ਇਲੈਪਸਡ। ਸੋ
ਟਾਈਮ elapsed ਕੈਲਕੂਲੇਟ ਕਰਨ ਲਈ ਅਸੀਂ ਕੁਐਸਚਨ ਦੇ ਵਿੱਚ ਟਾਈਮ ਦੇਖਦੇ ਹਾਂ। ਸੋ ਫਸਟ ਸਾਨੂੰ ਟਾਈਮ ਇੱਕ ਦਿੱਤਾ ਹੋਇਆ 7 AM, ਦੈਨ ਦਿੱਤਾ ਹੋਇਆ 11:30 AM। ਸੋ ਹੁਣ ਇਹਨਾਂ ਦੇ ਵਿੱਚ ਕਿੰਨਾ ਟਾਈਮ ਡਿਫਰੈਂਸ ਸੀਗਾ? 7 AM to 11:30 AM 4.5 ਆਵਰਸ ਬਣਦੇ ਆ। ਸਟੈਪ 2 ਇਜ਼ ਕੈਲਕੂਲੇਟ ਟੋਟਲ ਫਲੂਇਡ ਇਨਫਿਊਜ਼ਡ। ਹੁਣ ਅਸੀਂ ਕੈਲਕੂਲੇਟ ਕਰਨਾ ਕਿ ਇੰਨੇ ਟਾਈਮ ਦੇ ਵਿੱਚ ਕਿੰਨਾ ਟੋਟਲ ਫਲੂਇਡ ਜਿਹੜਾ ਵਾ ਜਾ ਚੁੱਕਾ ਆ। ਸੋ ਇਹਨੂੰ ਕੈਲਕੂਲੇਟ ਕਰਨ ਲਈ ਫਾਰਮੂਲਾ ਯੂਜ਼ ਕਰਾਂਗੇ, ਫਲੂਇਡ ਇਨਫਿਊਜ਼ਡ ਲਈ ਕੈਲਕੂਲੇਟ ਕਰਾਂਗੇ ਫਲੋ ਰੇਟ ਨੂੰ ਮਲਟੀਪਲਾਈ ਕਰਾਂਗੇ ਵਿਦ ਟਾਈਮ। ਸੋ ਫਲੋ ਰੇਟ ਸਾਡੇ ਕੋਲ ਕੁਐਸਚਨ 'ਚ ਦਿੱਤਾ ਹੋਇਆ 35 ml ਪਰ ਆਰ ਐਂਡ ਟਾਈਮ ਸਾਡੇ ਕੋਲ ਆ ਗਿਆ 4.5 ਆਵਰਸ। ਸੋ ਇਹਨਾਂ ਦੋਨਾਂ ਨੂੰ ਮਲਟੀਪਲਾਈ ਕਰਕੇ ਵੀ ਹੈਵ 157.5 ml ਫਲੂਇਡ ਇਨਫਿਊਜ਼ਡ। ਨਾਓ ਸਟੈਪ 3 ਹੈਗਾ ਆ ਕਿ ਹੁਣ ਅਸੀਂ ਕੈਲਕੂਲੇਟ ਕਰਨਾ ਹੈ ਕਿ ਬੈਗ ਦੇ ਵਿੱਚ ਕਿੰਨਾ ਫਲੂਇਡ ਬਚਿਆ। ਸੋ ਉਹਨੂੰ ਕੈਲਕੂਲੇਟ ਕਰਨ ਲਈ ਰਿਮੇਨਿੰਗ ਅਸੀਂ ਕੈਲਕੂਲੇਟ ਕਿੱਦਾਂ ਕਰਾਂਗੇ? ਜੋ ਸਾਡੇ ਕੋਲ ਟੋਟਲ ਵੋਲਿਊਮ ਦਿੱਤੀ ਆ ਉਹਦੇ ਚੋਂ ਜਿੰਨਾ ਵੋਲਿਊਮ ਇਨਫਿਊਜ਼ ਹੋ ਚੁੱਕਿਆ ਉਹਨੂੰ ਮਾਈਨਸ ਕਰ ਦਾਂਗੇ, ਟੋਟਲ ਮਾਈਨਸ ਇਨਫਿਊਜ਼ਡ। ਸੋ ਕੁਐਸਚਨ 'ਚ ਸਾਡੇ ਕੋਲ ਟੋਟਲ ਦਿੱਤਾ ਹੋਇਆ ਹੈ 500 ml ਐਂਡ ਉਹਦੇ ਚੋਂ ਕਿੰਨਾ ਮਾਈਨਸ ਕੀਤਾ? ਜਿੰਨਾ ਇਨਫਿਊਜ਼ ਹੋ ਚੁੱਕਾ ਆ 157 ml, ਜੋ ਅਸੀਂ 157.5 ਨੂੰ ਰਾਊਂਡ ਆਫ ਕਰਕੇ 157 ਲੈ ਲਿਆ। ਸੋ ਸਾਡੇ ਕੋਲ ਆਨਸਰ ਆ ਗਿਆ ਜੀ 342.5 ml। ਸੋ ਹੁਣ ਲੈਟਸ ਸੀ ਆਰ ਆਪਸ਼ਨਸ। ਆਪਸ਼ਨ ਦੇ ਵਿੱਚ 342.5 ml ਸਾਡੇ ਕੋਲ ਕਿਤੇ ਵੀ ਨਹੀਂ ਦਿੱਤਾ ਹੋਇਆ। ਸੋ ਇੱਥੇ ਸਾਡਾ ਸਟੈਪ ਹੋਊਗਾ ਕਿ ਅਸੀਂ ਜਿਹੜਾ ਸਾਡਾ ਆਨਸਰ ਆਇਆ 342.5 ml ਉਹਦੇ ਤੋਂ ਕਲੋਜ਼ੈਸਟ ਆਪਸ਼ਨ ਜਿਹੜੀ ਆ ਮੈਚ ਕਰੀਏ। ਸੋ ਇਹਦੇ ਤੋਂ ਕਲੋਜ਼ੈਸਟ ਆਪਸ਼ਨ ਸਾਡੇ ਕੋਲ ਆਨਸਰ ਦੇ ਵਿੱਚ ਹੈਗੀ ਹੈ 380 ml। ਸੋ ਦਿਸ ਇਜ਼ ਦ ਰਾਈਟ ਆਨਸਰ ਓਵਰ ਹੇਅਰ। Next question, a patient with 38 weeks of pregnancy is admitted in hospital in early labor. The patient is carrying twins and one of the fetuses is in breech presentation. So it means early labor hai, twin pregnancy है, breech presentation है, high risk pregnancy है। So next ਦਿੱਤਾ ਹੋਇਆ nurse assist in planning care for the patient and performs the following as the highest to lowest priority actions in the care of this patient। ਸਾਡੇ ਕੋਲ ਕੁਝ actions ਦਿੱਤੇ ਹੋਏ ਆ ਐਂਡ ਉਹਨਾਂ ਨੂੰ ਅਸੀਂ ਅਰੇਂਜ ਕਰਨਾ ਆ highest to lowest priority ਦੇ ਵਿੱਚ। So first ਸਾਡੇ ਕੋਲ action ਦਿੱਤਾ ਹੈ gather equipment for starting an IV, second attach electronic fetal monitoring, third Meyer fundal height and fourth is prepare the patient for possible cesarean section। ਸੋ ਹੁਣ ਇਹ ਜਿਹੜੇ ਸਾਡੇ ਕੋਲ ਐਕਸ਼ਨਸ ਦਿੱਤੇ ਆ ਇਹਨਾਂ ਨੂੰ ਅਸੀਂ ਅਰੇਂਜ ਕਰਨਾ ਹੈ ਕਿ ਸਭ ਤੋਂ ਪਹਿਲਾਂ ਕਿਹੜਾ ਕੀਤਾ ਜਾਊਗਾ ਐਂਡ ਬਾਅਦ 'ਚ ਕਿਹੜਾ ਕੀਤਾ ਜਾਊਗਾ। ਸੋ ਉਹਨੂੰ ਕਰੈਕਟ ਸੀਕੁਐਂਸ ਦੇ ਵਿੱਚ ਅਸੀਂ ਅਰੇਂਜ ਕਰਨਾ ਹੈ। ਸੋ ਫਰਸਟ ਸਟੈਪ ਇਜ਼ ਫਾਈਂਡ ਦ ਹਾਈਐਸਟ ਪ੍ਰਾਇਓਰਿਟੀ। ਇੱਥੇ ਸਾਡੀ ਹਾਈਐਸਟ ਪ੍ਰਾਇਓਰਿਟੀ ਹੋਊਗੀ ਫੀਟਲ ਮੋਨੀਟਰਿੰਗ। ਸੋ ਅਟੈਚ ਦ ਇਲੈਕਟ੍ਰੋਨਿਕ ਫੀਟਲ ਮੋਨੀਟਰਿੰਗ। ਇਹਦਾ ਰੀਜ਼ਨ ਹੈਗਾ ਹੈ ਕਿ ਵਨ ਟਵਿਨ ਜਿਹੜਾ ਆ ਟਵਿਨ ਪ੍ਰੈਗਨੈਂਸੀ ਆ ਉਹਦੇ ਵਿੱਚੋਂ ਜਿਹੜਾ ਇੱਕ ਟਵਿਨ ਆ ਉਹ ਬਰੀਚ ਪ੍ਰੈਜੈਂਟੇਸ਼ਨ ਦੇ ਵਿੱਚ ਹੈਗਾ ਆ। ਸੋ ਇੱਥੇ ਅਸੀਂ ਫੀਟਲ ਵੈਲਬਿੰਗ ਫਰਸਟਲੀ ਇਨਸ਼ੋਰ ਕਰਨੀ ਆ। ਨਰਸਿੰਗ ਪ੍ਰਾਇਓਰਿਟੀ ਹੋਊਗੀ ਟੂ ਅਸੈਸ ਐਂਡ ਮੋਨੀਟਰ ਦ ਫੀਟਸ ਫॉर ਡਿਸਟ੍ਰੈਸ। ਠੀਕ ਹੈ ਜੀ। ਸੋ ਇਹ ਹੋ ਗਿਆ ਫਰਸਟ ਸਟੈਪ। ਸਟੈਪ 2 ਪ੍ਰੀਪੇਅਰ ਦ ਪੇਸ਼ੈਂਟ ਫॉर ਪੋਸੀਬਲ ਸਿਜ਼ੇਰੀਅਨ ਸੈਕਸ਼ਨ। ਹੁਣ ਇੱਥੇ ਬਰੀਚ ਪ੍ਰੈਜੈਂਟੇਸ਼ਨ ਆ, ਟਵਿਨ ਪ੍ਰੈਗਨੈਂਸੀ ਆ, ਮੀਨਸ ਇੱਥੇ ਹਾਈ ਚਾਂਸਸ ਹੈਗੇ ਆ ਸਿਜ਼ੇਰੀਅਨ ਦੇ। ਸੋ ਨਰਸ ਪੇਸ਼ੈਂਟ ਨੂੰ ਪ੍ਰੀਪੇਅਰ ਕਰੂਗੀ ਸਿਜ਼ੇਰੀਅਨ ਲਈ, ਕੰਸੈਂਟ ਲਊਗੀ ਪੇਸ਼ੈਂਟ ਦਾ, IV ਅਸੈਸ ਜਿਹੜੀ ਆ ਅਰੇਂਜ ਕਰੂਗੀ, ਦੈਨ ਲੈਬਸ ਜੋ ਵੀ ਪੇਸ਼ੈਂਟ ਦੀਆਂ ਹੋਣੀਆਂ ਆ ਬਿਫੋਰ ਸਿਜ਼ੇਰੀਅਨ ਸੈਕਸ਼ਨ ਐਜੂਕੇਟ ਕਰਨਾ ਐਂਡ ਪ੍ਰੀ ਆਪਰੇਟਿਵ ਟੀਚਿੰਗ। ਦੈਨ ਥਰਡ ਆਪਸ਼ਨ ਆਪਣੇ ਕੋਲ ਆ ਜਾਂਦੀ ਹੈਗੀ ਆ ਸਟਾਰਟ ਐਨ IV ਲਾਈਨ, gather equipment for starting IV। so IV important ਆ because fluids and medications ਜਿਹੜੀਆਂ during labor or before emergency C section ਜਿਹੜੀਆਂ patient ਨੂੰ ਜਾਣੀਆਂ ਆ and ਇਸ ਕਰਕੇ IV ਲਾਈਨ ਜਿਹੜੀ ਆ ਸਟਾਰਟ ਕਰਨੀ ਹੁੰਦੀ ਆ ਫॉर ਪ੍ਰੈਪਰੇਸ਼ਨ। ਦੈਨ ਲਾਸਟ ਪ੍ਰਾਇਓਰਿਟੀ ਸਾਡੇ ਕੋਲ ਆ ਜਾਂਦੀ ਆ ਇੱਥੇ ਮੈयर ਫੰਡਲ ਹਾਈਟ। ਇਹ ਵੀ ਇੰਪੋਰਟੈਂਟ ਅਸੈਸਮੈਂਟ ਹੈਗੀ ਆ ਬਟ ਇਨ ਐਕਟਿਵ ਲੇਬਰ ਜਾਂ ਹਾਈ ਰਿਸਕ ਸਿਚੁਏਸ਼ਨ ਦੇ ਵਿੱਚ ਇਹ ਲੋਐਸਟ ਪ੍ਰਾਇਓਰਿਟੀ ਹੈਗੀ ਆ। ਇਹਦਾ ਪਰਪਸ ਹੁੰਦਾ ਆ ਕਿ ਯੂਟਰਾਈਨ ਗਰੋਥ ਨੂੰ ਅਸੈਸ ਕਰਨਾ ਐਂਡ ਇਹਦੇ ਨਾਲ ਅਸੀਂ ਟਵਿਨਸ ਦੀ ਪੋਜੀਸ਼ਨ ਦਾ ਪਤਾ ਕਰ ਸਕਦੇ ਹਾਂ ਬਟ ਇਮੀਡੀਏਟ ਫੀਟਲ ਐਂਡ ਮੈਟਰਨਲ ਸੇਫਟੀ ਪਹਿਲਾਂ ਆਉਣੀ ਚਾਹੀਦੀ ਆ। ਇਸ ਕਰਕੇ ਇਹ ਆਪਸ਼ਨ ਲਾਸਟ ਤੇ ਸਿਲੈਕਟ ਕੀਤੀ। ਸੋ ਇਹਦੇ ਅਕੋਰਡਿੰਗ ਸਾਡੇ ਕੋਲ ਆਨਸਰ ਹੈਗਾ ਹੈ ਜੀ ਆਨਸਰ ਆਪਸ਼ਨ B। ਫਰਸਟ B ਆਊਗਾ ਅਟੈਚ ਫੀਟਲ ਮੋਨੀਟਰਿੰਗ, ਦੈਨ D prepare for C section, then A IV line and then is option C Meyer fundal height। Next question, during antibiotic administration the nurse inspects a 2-day-old IV site in a patient who is neutropenic and observes redness without swelling. The patient complains of tenderness. Which of the following interventions is the priority for nurse to implement? So ਸਾਡੇ ਕੋਲ ਕੁਝ interventions ਦਿੱਤੀਆਂ ਹੈ, ਉਹਨਾਂ ਚੋਂ ਅਸੀਂ priority intervention find ਕਰਨੀ ਹੈ। ਕਿਹੜੇ patient ਲਈ situation ਕੀ ਦਿੱਤੀ ਹੈ? neutropenic patient ਹੈਗਾ ਆ and 2-day-old IV site ਆ ਜਿੱਥੇ redness ਹੋਈ ਆ, tenderness ਹੈਗੀ ਆ but swelling ਨਹੀਂ ਹੈਗੀ। So
ਫਸਟ ਆਫ ਆਲ ਅਸੀਂ ਕੀ ਕਰਨਾ ਆ, ਕੰਪਲਿਕੇਸ਼ਨ ਆਇਡੈਂਟੀਫਾਈ ਕਰਨੀ ਹੈ ਕਿ ਪੇਸ਼ੈਂਟ ਨੂੰ ਪ੍ਰੋਬਲਮ ਕੀ ਆ। ਸੋ ਆਈਵੀ ਲਾਈਨ ਕਰਕੇ ਹੁੰਦੀ ਆ, ਤੇ ਆਈਵੀ ਲਾਈਨ ਦੀਆਂ ਮੇਨਲੀ ਇਹ 3 ਕੰਪਲਿਕੇਸ਼ਨਸ ਹੁੰਦੀਆਂ ਨੇ, ਫਲੈਬਾਈਟਿਸ, ਇਨਫਿਲਟ੍ਰੇਸ਼ਨ ਐਂਡ ਐਕਸਟ੍ਰਾਵੈਸੇਸ਼ਨ। ਫਲੈਬਾਈਟਿਸ ਇਜ਼ ਇਨਫਲੇਮੇਸ਼ਨ ਆਫ ਵੇਨ ਐਂਡ ਇਹਦਾ ਕੌਜ਼ ਹੋ ਸਕਦਾ ਆ ਮਕੈਨੀਕਲੀ ਕੈਥੇਟਰ ਰਬਿੰਗ ਕਰਕੇ, ਜਾਂ ਫਿਰ ਜਿਹੜਾ ਆਈਵੀ ਲਾਈਨ ਸਹੀ ਤਰ੍ਹਾਂ ਫਿਕਸ ਨਹੀਂ ਹੋਈ ਉਹਦੇ ਕਰਕੇ ਹੋ ਸਕਦਾ ਆ, ਜਾਂ ਕੁਝ ਇਰੀਟੇਟਿੰਗ ਡਰੱਗਸ ਕਰਕੇ, ਐਂਡ ਈਵਨ ਇਨਫੈਕਸ਼ਨ ਕਰਕੇ ਵੀ ਹੋ ਸਕਦੀ ਆ। ਦੈਨ ਨੈਕਸਟ ਕੰਪਲਿਕੇਸ਼ਨ ਹੁੰਦੀ ਹੈ ਜੀ ਇਨਫਿਲਟ੍ਰੇਸ਼ਨ। ਸੋ ਜਦੋਂ ਫਲੂਇਡ ਵੇਨ ਚੋਂ ਲੀਕ ਹੋ ਕੇ ਸਰਾਊਂਡਿੰਗ ਟਿਸ਼ੂਜ਼ 'ਚ ਐਕਿਊਮੂਲੇਟ ਹੋ ਜਾਂਦਾ ਐਂਡ ਇਹਦੇ ਕਰਕੇ ਰੈਡਨੈਸ ਐਂਡ ਟੈਂਡਰਨੈਸ ਤਾਂ ਹੁੰਦੀ ਆ, ਬਟ ਟਿਸ਼ੂ ਐਕਿਊਮੂਲੇਸ਼ਨ ਕਰਕੇ ਸਵੈਲਿੰਗ ਵੀ ਹੁੰਦੀ ਆ। ਸੋ ਨੈਕਸਟ ਕੰਪਲਿਕੇਸ਼ਨ ਇਜ਼ ਐਕਸਟ੍ਰਾਵੈਸੇਸ਼ਨ। ਐਕਸਟ੍ਰਾਵੈਸੇਸ਼ਨ ਇਜ਼ ਜਦੋਂ ਕੋਈ ਵੈਸੀਕੈਂਟ ਡਰੱਗ ਮੀਨਸ ਜਿਹੜਾ ਇਰੀਟੈਂਟ ਡਰੱਗ ਹੁੰਦਾ ਆ ਉਹ ਵੇਨਸ ਤੋਂ ਲੀਕ ਆਊਟ ਹੋ ਕੇ ਸਰਾਊਂਡਿੰਗ ਟਿਸ਼ੂਜ਼ ਨੂੰ ਜਾ ਕੇ ਡੈਮੇਜ ਕਰਨਾ ਸਟਾਰਟ ਕਰਦਾ ਆ, ਉੱਥੇ ਨੈਕਰੋਸਿਸ ਕਰ ਦਿੰਦਾ ਆ। ਸੋ ਹੁਣ ਇਹ ਤਾਂ ਸਾਡੇ ਕੋਲ ਕੁਐਸਚਨ 'ਚ ਇਹ ਤੋਂ ਰਿਲੇਟਡ ਐਕਸਟ੍ਰਾਵੈਸੇਸ਼ਨ ਤੋਂ ਰਿਲੇਟਡ ਕੁਛ ਨਹੀਂ ਦਿੱਤਾ, ਵੀ ਹੈਵ ਟੂ ਫਾਈਂਡ ਬਿਟਵੀਨ ਫਲੈਬਾਈਟਿਸ ਐਂਡ ਇਨਫਿਲਟ੍ਰੇਸ਼ਨ। ਫਲੈਬਾਈਟਿਸ ਦੇ ਵਿੱਚ ਸਵੈਲਿੰਗ ਮੇ ਔਰ ਮੇ ਨਾਟ ਅਕਰ, ਬਟ ਇਨਫਿਲਟ੍ਰੇਸ਼ਨ ਵਿੱਚ ਸਵੈਲਿੰਗ ਹੁੰਦੀ ਆ। ਸੋ ਕੁਐਸਚਨ 'ਚ ਸਾਨੂੰ ਕੀ ਦਿੱਤਾ ਹੋਇਆ ਆ, ਰੈਡਨੈਸ ਐਂਡ ਟੈਂਡਰਨੈਸ ਵਿਦਾਊਟ ਸਵੈਲਿੰਗ, ਸੋ ਇਟ ਮੀਨਸ ਦ ਕੰਪਲਿਕੇਸ਼ਨ ਇਜ਼ ਫਲੈਬਾਈਟਿਸ। ਸੋ ਹੁਣ ਅਸੀਂ ਆਪਣੀ ਆਪਸ਼ਨਸ ਐਨਾਲਾਈਜ਼ ਕਰਦੇ ਹਾਂ। ਫਰਸਟ ਆਪਸ਼ਨ, ਚੈਕਿੰਗ ਵਾਈਟਲ ਸਾਈਨਸ ਬਿਫੋਰ ਯੂਜ਼ਿੰਗ ਆਈਵੀ ਸਾਈਟ। ਵਾਈਟਲਸ ਚੈੱਕ ਕਰਨਾ ਇੰਪੋਰਟੈਂਟ ਆ, ਬਟ ਲੋਕਲ ਕੰਪਲਿਕੇਸ਼ਨਸ ਪਹਿਲਾਂ ਐਡਰੈਸ ਕਰਨੀਆਂ ਚਾਹੀਦੀਆਂ ਆ। ਅਗਰ ਆਈਵੀ ਕੰਟੀਨਿਊ ਕੀਤੀ ਤਾਂ ਇਨਫੈਕਸ਼ਨ ਜਾਂ ਫਲੈਬਾਈਟਿਸ ਹੋਰ ਵਰਸਨ ਹੋ ਸਕਦਾ ਹੈ। ਸੋ ਵਾਈਟਲ ਸਾਈਨਸ ਤਾਂ ਚੈੱਕ ਕਰਨੇ ਆ, ਬਟ ਪ੍ਰਾਇੋਰਿਟੀ ਨਹੀਂ ਹੋਊਗੀ, ਇਹ ਬਾਅਦ ਚ ਆਊਗਾ। ਦੈਨ ਆਪਸ਼ਨ ਬੀ, ਇਨਫੋਰਮਿੰਗ ਦ ਪੇਸ਼ੈਂਟ ਦੈਟ ਆਈਵੀ ਵਿਲ ਨੀਡ ਟੂ ਬੀ ਚੇਂਜਡ ਟੂ ਅ ਨਿਊ ਸਾਈਟ। ਇਹ ਬਿਲਕੁਲ ਹਾਈ ਪ੍ਰਾਇੋਰਿਟੀ ਹੈਗੀ ਆ, ਬਿਕੋਜ਼ ਜਿਹੜੀ ਓਲਡ ਆਈਵੀ ਆ ਉਹਨੂੰ ਅਸੀਂ ਡਿਸਕਨੈਕਟ ਕਰਨਾ ਆ ਐਂਡ ਨਿਊ ਸਾਈਟ ਪ੍ਰੀਪੇਅਰ ਕਰਨੀ ਹੈਗੀ ਆ ਫॉर ਕਨੈਕਟਿੰਗ ਨਿਊ ਆਈਵੀ, ਤਾਂ ਜੋ ਫਰਦਰ ਵੇਨ ਡੈਮੇਜ ਨਾ ਹੋਵੇ ਐਂਡ ਉੱਤੋਂ ਇਹ ਨਿਊਟ੍ਰੋਪੈਨਿਕ ਪੇਸ਼ੈਂਟ ਹੈਗਾ ਆ, ਇਨਫੈਕਸ਼ਨ ਸਪਰੈਡ ਨਾ ਹੋਵੇ ਇਹਦੇ ਵਿੱਚ। ਸੋ this is right. Option C, administering prescribed pain medication. ਪੇਨ ਰਿਲੀਫ ਵੀ ਇੰਪੋਰਟੈਂਟ ਆ, ਬਟ ਇੱਥੇ ਸਾਡੀ ਪ੍ਰਾਇੋਰਿਟੀ ਹੈਗੀ ਆ ਸਭ ਤੋਂ ਪਹਿਲਾਂ ਅਸੀਂ ਆਈਵੀ ਸਾਈਟ ਨੂੰ ਫਿਕਸ ਕਰੀਏ। ਅਗਰ ਆਈਵੀ ਨਹੀਂ ਚੇਂਜ ਕਰਾਂਗੇ ਤਾਂ ਪੇਨ ਵੀ ਕੰਟੀਨਿਊ ਹੋਊਗਾ। ਦੂਜਾ, ਨਿਊਟ੍ਰੋਪੈਨਿਕ ਪੇਸ਼ੈਂਟ ਆ, ਇਨਫੈਕਸ਼ਨ ਰਿਸਕ ਹਾਈ, ਸੋ ਦਿਸ ਇਜ਼ ਆਲਸੋ ਰੋਂਗ। ਆਪਸ਼ਨ ਡੀ, ਇਨਫੋਰਮਿੰਗ ਪੇਸ਼ੈਂਟ ਟੂ ਕੰਜ਼ਰਵ ਐਨਰਜੀ। ਇਹ ਆਈਵੀ ਸਾਈਟ ਕੰਪਲਿਕੇਸ਼ਨ ਲਈ ਇਰਰੈਲੀਵੈਂਟ ਪੁਆਇੰਟ ਹੈਗਾ ਆ, ਸੋ ਦਿਸ ਇਜ਼ ਆਲਸੋ ਰੋਂਗ ਆਪਸ਼ਨ। ਆਪਸ਼ਨ which was correct is option B. Next question.